एक आस्था होंदी है। मेरा आउण का एक खास कारण है। मैं ਮੰਨਦਾ कि ਇਹ ਬਾਬੇ ਦੀ ਮਿਹਰ ਨਾਲ ਹੀ ਖੁੱਲਿਆ ਸੀ ਤੇ ਉਹਦੀ ਮਿਹਰ ਨਾਲ ਹੀ ਦੁਬਾਰਾ ਖੁੱਲਣਾ। ਠੀਕ ਹੈ ਕਿ ਨਹੀਂ? ਔਰ ਮੈਂ ਇਹ ਆਸਥਾ ਇਸ ਕਰਕੇ ਵੀ ਲੈ ਕੇ ਆਇਆ ਵੀ ਉਹਦੇ ਦਰ ਦੇ ਉੱਤੋਂ ਜੋ ਪ੍ਰਕਾਸ਼ ਹੋਣਾ ਹੈ, ਸਾਡਾ ਤਾਂ ਮਾਂ ਬਾਪ ਉਹੀ ਹੈ ਨਾ, ਉਹਦੇ ਦਰ ਤੋਂ ਜੋ ਪ੍ਰਕਾਸ਼ ਹੋਣਾ ਹੈ ਉਹਨੇ ਦੁਨੀਆ ਨੂੰ ਸੇਧ ਦੇਣੀ, ਸਿਦਕ ਦੇਣੀ। ਉਹ ਸਾਡਾ ਚਾਨਣ ਮੁਨਾਰਾ ਹੈ। ਜਿੱਥੇ ਜਦੋਂ ਸਿੱਖ ਸਾਫਾ ਲਾਉਂਦਾ ਹੈ, ਕੋਈ ਧਰਮ ਦਾ ਬੰਦਾ ਸਾ ਜਗਤ ਗੁਰੂ ਹੈ, ਤੇ ਉਹਨੂੰ ਸੋਝੀ ਵੀ ਮਿਲਦੀ ਹੈ, ਉਹਨੂੰ ਦਿਸ਼ਾ ਵੀ ਮਿਲਦੀ ਹੈ, ਆਪਸੀ ਭਾਈਚਾਰੇ ਨੂੰ ਬਲ ਮਿਲਦਾ ਹੈ। ਬਾਬੇ ਦੇ ਫਲਸਫੇ ਦਾ ਇੱਕ ਪ੍ਰਚਾਰ ਪ੍ਰਸਾਰ ਹੁੰਦਾ ਹੈ। ਕਹਿੰਦੇ ਨਾ ਜਦੋਂ ਜਨਮ ਹੋਇਆ ਸੀ ਮਿੱਟੀ ਧੁੰਦ ਜਗ ਚਾਨਣ ਹੋਇਆ। ਉਹ ਚਾਨਣ ਚਾਹੀਦਾ ਹੈ। ਇਹ ਮਤਲਬ ਇਹ ਆਸਰਾ ਸਾਨੂੰ ਚਾਹੀਦਾ ਹੈ। ਝੁਲਸਦੇ ਲੋਕਾਂ ਨੂੰ ਇਹ ਆਸਰਾ ਚਾਹੀਦਾ ਹੈ। ਇਸ ਕਰਕੇ ਮੈਂ ਉਹੀ ਅਰਦਾਸ ਕਰਨ ਆਇਆ, ਇਹ ਬਾਬਾ ਮਿਹਰ ਕਰ, ਇਹ ਲਾਂਘਾ ਖੋਲ, ਕਿਉਂਕਿ ਤੂੰ ਸਾਡਾ ਮਾਈ ਬਾਪ ਹੈ, ਤੂੰ ਸਾਡਾ ਮੁੱਢ ਹੈ, ਤੂੰ ਸਾਡੀ ਜੜ। ਤੇਰਾ ਜਿਹੜਾ ਮੰਤਰ ਉਹ ਵੀ ਸਾਡਾ ਮੂਲ ਹੈ, ਜੜ। ਉਹਨੂੰ ਸੀਂਚ ਕੇ ਹੀ ਕੋਈ ਸਿੱਖ ਪ੍ਰਗਟ ਗੁਰਾਂ ਕੀ ਦੇਹ ਵੱਲ ਵੱਧਦਾ, ਨਹੀਂ ਸਮਝਦੇ? ਤੇ ਉਹ ਜਦੋਂ ਚਾਨਣ ਸਾਰੇ ਪਾਸੇ ਫੈਲਿਆ, ਔਰ ਜਿਹੜਾ ਉਸ ਜਗ੍ਹਾ ਦਾ ਊਰਜਾ ਹੈ ਨਾ, ਉਸ ਜਗ੍ਹਾ ਦੀ ਬੇਟਾ, ਉਹ ਬਿਆਨ ਤੋਂ ਬੜੀ ਪਰੇ ਹੈ। ਕੋਈ ਆਪਣੇ ਧਰਮ ਸਥਲੀ ਮੱਕਾ ਹੋਵੇ, ਕੋਈ ਹੋਵੇ, ਕਿਸੇ ਦਾ ਵੀ ਹੋਵੇ, ਉਹ ਉੱਥੋਂ 5 ਕਿਲੋਮੀਟਰ ਦੂਰੋਂ ਦਰਸ਼ਨ ਕਰੇ, ਉਹ ਜੱਚਦੀ ਨਹੀਂ ਨਾ ਗੱਲ, ਸਮਝਦੇ ਨਹੀਂ? ਸਰਕਾਰਾਂ ਕੋਲ ਬੜੀਆਂ ਵਿਨਤੀਆਂ ਕਰ ਲੀਆਂ, ਤੇ ਹੁਣ ਬਾਬੇ ਨੂੰ ਹੀ ਕਰਨੀ ਹੈ ਵੀ ਮਿਹਰ ਕਰ, ਤੇਰੀ ਕਿਰਪਾ ਦੇ ਨਾਲ ਹੀ ਫੇਰ ਲਾਂਘਾ ਖੁੱਲ੍ਹਣਾ। ਤੇ ਮੈਂ ਇਹ ਵੀ ਮੈਂ ਇੱਥੇ ਅਰਦਾਸ ਕਰਨ ਆਇਆ, ਜਿਹੜੀ ਕਿ ਮੇਰੇ ਦਿਲ ਦੀ ਤਾਂਘ ਹੈ, ਕਿ ਆਪਣੇ ਕਿੱਤੇ ਨੂੰ ਜਿਨ੍ਹਾਂ ਦੇ ਲੜ ਲਾ ਕੇ ਗਿਆ ਸੀ, ਅੰਨਦਾਤਾ ਬਣਾ ਕੇ ਗਿਆ ਸੀ, ਉਹਨੂੰ ਉੱਤਮ ਦਰਜਾ ਦੇ ਕੇ ਗਿਆ ਸੀ, ਉੱਤਮ ਖੇਤੀ। ਉਹ ਵੀ ਘਰਾਂ ਨੂੰ ਨਹੀਂ ਵਰਤੇ, ਸੜਕਾਂ ਤੇ ਨੇ। ਕੁਛ ਐਸਾ ਪ੍ਰਤਾਪ ਤੇਰਾ ਹੋਵੇ ਕਿ ਉਹ ਘਰ ਪਰਤਨ। ਜਿੱਤ ਤੇ ਉਹਨਾਂ ਦੀ ਪੱਕੀ ਹੈ, ਦੁਨੀਆ 'ਚ ਕੋਈ ਕਿਸਾਨ ਮੂਵਮੈਂਟ ਨੂੰ ਹਰਾ ਨਹੀਂ ਸਕਿਆ। ਬੋਲੇ ਸੋਨਿਆ। ਕਾਨੂੰਨ ਲੰਗੜੇ ਆ, ਅਸੀਂ ਵਿਧਾਨ ਸਭਾ ਦੇ ਵਿੱਚ ਬਿਲਕੁਲ ਹੀ ਖਤਮ ਕਰ ਦੇਣੇ ਆ। ਜਦ ਤੱਕ ਸਾਡੀਆਂ ਰਗਾਂ 'ਚ ਲਹੂ ਹੈ, ਇਹ ਕਾਨੂੰਨ ਲਾਗੂ ਨਹੀਂ ਹੋਣ ਦਿੰਦੇ ਅਸੀਂ, ਇਹ ਭੁੱਲ ਜੇ ਕੋਈ। ਲੇਕਿਨ ਇਹ ਵੀ ਗੱਲ ਪੱਕੀ ਹੈ ਕਿ ਜੋ ਬਾਬੇ ਨਾਨਕ ਦਾ ਕਿੱਤਾ ਹੈ, ਇੱਕ ਸਮਾਜਿਕ ਸੰਘਰਸ਼ ਹੈ। ਇਹ ਸਮਾਜਿਕ ਸੰਘਰਸ਼ ਜਿਹੜਾ ਹੈ, ਇਹ ਆਰਥਿਕ ਤਾਕਤ ਬਣ ਕੇ ਉੱਭਰੇ। ਇੱਜ਼ਤ ਦੀ ਰੋਟੀ ਉਹਦੇ ਭਾਈ ਲਾਲੋ ਜਿਹੜੇ ਨੇ, ਜਿਨ੍ਹਾਂ ਦੀ ਰੋਟੀ ਚੋਂ ਅੱਜ ਵੀ ਦੁੱਧ ਨਿਕਲਦਾ, ਉਹਨਾਂ ਨੂੰ ਉਹਨਾਂ ਦੀ ਇੱਜ਼ਤ ਬਹਾਲੀ ਹੋਵੇ, ਉਹ ਆਪ ਸੰਪੰਨ ਹੋਣ ਤੇ ਦੁਨੀਆ ਦੇ ਵਿੱਚ ਉਹਨਾਂ ਦਾ ਜੈ ਜੈਕਾਰ ਹੋਵੇ। ਕਿਉਂਕਿ ਉਹ 60% ਆਬਾਦੀ ਹੈ। ਉਹ 60% ਆਬਾਦੀ ਦੇ ਉੱਤੇ ਰਾਜਨੀਤਿਕ ਤਾਕਤ ਕਿਸੇ ਹੋਰ ਦੀ ਕਿਉਂ ਹੋਵੇ, ਵਿੱਤੀ ਤਾਕਤ ਕਿਸੇ ਹੋਰ ਦੀ ਕਿਉਂ ਹੋਵੇ? ਇਸ ਕਰਕੇ ਇਹ ਵੀ ਬੜੀ ਵੱਡੀ ਅਰਦਾਸ ਹੈ। ਇਹ ਵੀ ਸਾਡੀ ਅੱਜ ਬੜੀ ਵੱਡੀ ਦਿਲ ਦੀ ਤਾਂਘ ਹੈ ਕਿ ਜਿੱਥੇ 600-700 ਬਲੀਦਾਨ ਹੋ ਗਏ ਕਿਸਾਨ ਵੀਰਾਂ ਦੇ, ਅੱਜ ਕਿਉਂ ਉਹ ਘਰ ਨਹੀਂ ਪਰਤੇ? ਭਰੋਸਾ ਆਵੇ, ਇੱਕ ਰੋਡ ਮੈਪ ਹੋਵੇ, ਉਹਨਾਂ ਦੀ ਸਹਿਮਤੀ ਦੇ ਨਾਲ ਇੱਕ ਐਸਾ ਰਸਤਾ ਬਣੇ ਜਿੱਥੋਂ ਕਿਸਾਨੀ ਨਾ ਸਿਰਫ ਉਜਾਗਰ ਹੋਵੇ ਬਲਕਿ ਸੰਪੰਨ ਹੋਵੇ। ਔਰ ਜੋ ਮੈਂ ਕਹਿ ਰਿਹਾ, ਇਸ ਮਕਸਦ ਲਈ ਮੈਂ ਜੀ ਰਿਹਾ, ਔਰ ਇਹ ਪੂਰਾ ਹੋ ਕਿ ਉਹਨਾਂ ਦੇ ਨਾਲ ਬੈਠ ਕੇ ਇੱਕ ਸਾਂਝਾ ਰੋਡ ਮੈਪ ਤੈਅ ਹੋਵੇ, ਜਿੱਥੇ ਇਹ ਸੋਸ਼ਲ ਮੂਵਮੈਂਟ, ਇਹ ਕੋਈ ਭਰਮ 'ਚ ਨਾ ਰਹੇ, ਕਿਸੇ
ਪੋਲੀਟੀਸ਼ੀਅਨ ਦੀ ਦੇਣ ਨਹੀਂ ਹੈ, ਇਹ ਸਿਰਫ ਇੱਕ ਸੋਸ਼ਲ ਸਮਾਜਿਕ ਮੂਵਮੈਂਟ ਹੈ, ਆਮ ਬੰਦਿਆਂ ਦੀ ਮੂਵਮੈਂਟ ਹੈ। ਔਰ ਇਹਦਾ ਬਲ ਜਿਹੜਾ ਹੈ ਉਹ ਐਡਾ ਮਤਲਬ ਹਿਮਾਲੇ ਪਰਬਤ ਤੋਂ ਉੱਚਾ ਹੈ। ਇਹ ਇੱਕ ਆਰਥਿਕ ਤਾਕਤ, ਇੱਜ਼ਤ ਦੀ ਰੋਟੀ ਇਹੀ ਮੰਗਦੇ ਆ ਉਹ, ਆਰਥਿਕ ਤਾਕਤ ਦੇ ਵਿੱਚ ਤਬਦੀਲ। ਇਹੀ ਮੇਰੀ ਅਰਦਾਸ ਹੈ। ਬੈਠਾਂਗੇ ਜਿਉਂ-ਜਿਉਂ ਸੂਰਜ ਦਾ ਚਾਨਣ ਹੋਊਗਾ, ਬਾਬਾ ਜੀ ਦੇ ਦਰ ਦੇ ਦਰਸ਼ਨ ਦਿਦਾਰੇ ਕਰਕੇ ਵਾਪਸ ਜਾਵਾਂਗੇ। ਊਰਜਾ ਨਾਲ ਇੱਕ ਰਹਿਣ ਦਾ ਜੀ ਕਰਦਾ। ਇਸੇ ਤਰ੍ਹਾਂ ਕਰੋੜਾਂ ਸ਼ਰਧਾਲੂਆਂ ਦੀ ਤਾਂਘ ਹੈ, ਪਿਆਸ ਹੈ ਬਾਬੇ ਦੇ ਜਿਹੜੀ ਕਿਰਤ ਕੀਤੀ ਹੋਈ ਜਗ੍ਹਾ ਉੱਥੇ ਸਾਫਾ ਲਾ ਕੇ ਸੇਧ ਲੈਣ ਦਾ। ਸਾਡਾ ਚਾਨਣ ਮਨਾਰਾ, ਸਾਡਾ ਮਾਪਾ ਇਹੀ ਹੈ। ਲੋਕਾਂ ਦੇ ਮਾਪੇ ਹੁੰਦੇ, ਮੈਂ ਤੇ ਮੇਰੇ ਮਾਂ-ਬਾਪ ਦੇ ਜਾਣ ਤੋਂ ਬਾਅਦ ਇਹਨਾਂ ਨੂੰ ਹੀ ਆਪਣੇ ਮਾਪੇ ਮੰਨਿਆ। ਸਾਡਾ ਮਾਈ ਬਾਪ ਇਹ ਹੈ। ਅੱਜ ਦੀ ਸਭ ਤੋਂ ਵੱਡੀ ਮੰਗ ਹੀ ਇਹ ਹੈ ਕਿ ਜਦੋਂ ਪਹਿਲਾ ਲਾਂਘਾ ਚੱਲਿਆ ਸੀ ਕੋਵਿਡ ਤੋਂ ਪਹਿਲਾਂ, ਇੱਕ ਦਿੱਕਤ ਪਰੇਸ਼ਾਨੀ ਨਹੀਂ ਹੋਈ। ਕਰੀਬ 70,000 ਬੰਦਿਆਂ ਨੇ ਇੱਥੇ ਦਰਸ਼ਨ ਦਿਦਾਰੇ ਕੀਤੇ। ਅਮਨ ਮਾਨ ਦਾ ਪ੍ਰਤੀਕ, ਆਪਸੀ ਭਾਈਚਾਰੇ ਦਾ ਪ੍ਰਤੀਕ, ਪੀਪਲ ਟੂ ਪੀਪਲ ਕੰਟੈਕਟ ਦਾ ਪ੍ਰਤੀਕ, ਅ ਕੋਰੀਡੋਰ ਆਫ ਇਨਫਿਨਿਟ ਪੋਸਿਬਿਲਿਟੀਜ਼, ਅਸੰਖ ਸੰਭਾਵਨਾਵਾਂ ਦਾ ਇਹ ਕੋਰੀਡੋਰ ਹੈ। ਔਰ ਇੰਨੀਆਂ ਸੰਭਾਵਨਾਵਾਂ ਨੇ ਜਿਹੜੀਆਂ ਅਨੰਤ ਕਹਿੰਦੇ ਆ ਨਾ, ਉਸ ਤਰੀਕੇ ਦੀ। ਦੂਜੀ ਗੱਲ, 75% ਲੋਕ ਜਿਹੜੇ ਇੱਥੇ ਆਉਂਦੇ ਆ ਉਹਨਾਂ ਕੋਲ ਪਾਸਪੋਰਟ ਹੈ ਨਹੀਂ। ਅੱਜ ਵੀ ਬਾਬਾ ਜੀ ਦੇ ਗੁਰਦੁਆਰੇ ਦਰਸ਼ਨ ਕਰਕੇ ਇੱਥੇ ਕਰੀਬ 5,000 ਬੰਦਾ ਦਰਸ਼ਨ ਕਰਨਾ। ਮੈਂ ਚਿੱਠੀ ਵੀ ਲਿਖਾਂਗਾ। ਮੇਰੀ ਹਿੰਦੁਸਤਾਨ ਦੇ ਹੋਮ ਮਿਨਿਸਟਰ ਸਾਹਿਬ ਨੂੰ ਇਹ ਦਰਖਾਸਤ ਹੈ। ਬਾਬੇ ਨਾਨਕ ਦਾ ਇੱਕ ਨਿਮਾਣਾ ਸਿੱਖ, ਉਹਦਾ ਨੌਕਰ, ਇੱਕ ਵਿਨਮਰ ਬੇਨਤੀ ਕਰ ਰਿਹਾ ਹੈ ਕਿ ਲੈਂਡ ਪੋਰਟ ਅਥਾਰਟੀ ਅੱਜ ਤੋਂ 1.5 ਸਾਲ ਪਹਿਲਾਂ ਵਚਨਬੱਧ ਹੋ ਕੇ ਕਹਿ ਕੇ ਗਈ ਸੀ ਕਿ ਉਹ 100 ਮੀਟਰ ਚੌੜਾ ਤੇ 60 ਮੀਟਰ ਉੱਚਾ ਇੱਥੇ ਦਰਸ਼ਨ ਸਥਲ ਬਣਾਉਣਗੇ। ਉਹ ਜਿਹੜਾ ਦਰਸ਼ਨ ਸਥਲ ਹੈ ਉਹਦੇ ਨਾਲ ਤੁਸੀਂ ਸੋਚ ਨਹੀਂ ਸਕਦੇ ਕਿ ਕਿੰਨੇ ਲੋਕ ਤ੍ਰਿਪਤ ਹੋ ਕੇ ਜਾਂਦੇ ਆ। ਮੈਂ ਜਾਣਦਾ ਕਿ ਮੇਰੇ ਤਾਇਆ ਜੀ ਇਸ ਮਿੱਟੀ ਨੂੰ ਆਪਣੀਆਂ ਅੱਖਾਂ ਦੇ ਉੱਤੇ ਲਾ ਕੇ ਰੋਂਦੇ ਹੁੰਦੇ ਸੀ। ਉਹੋ ਜਿਹੇ ਕਰੋੜਾਂ ਲੋਕ ਨੇ। ਮੇਰੀ ਇਹ ਬੇਨਤੀ ਹੈ, ਇਹ ਰਿਕੁਐਸਟ ਹੈ ਹੋਮ ਮਿਨਿਸਟਰ ਨੂੰ ਔਰ ਭਾਰਤ ਸਰਕਾਰ ਨੂੰ ਕਿ ਤੁਹਾਡੇ ਸਿਕਿਉਰਿਟੀ ਰੀਜ਼ਨ ਹੋ ਸਕਦੇ, ਤੁਹਾਨੂੰ ਜ਼ਿਆਦਾ ਪਤਾ ਹੋਊਗਾ। ਮੈਂ ਤਾਂ ਬਾਬੇ ਦੀ ਮਿਹਰ ਦੇ ਵਿੱਚ ਵਿਸ਼ਵਾਸ ਰੱਖਦਾ। ਜਦੋਂ ਬਾਬੇ ਦੀ ਮਿਹਰ ਹੋਈ ਸੀ, ਲੱਖ ਵਿਰੋਧਾਂ ਦੇ ਬਾਵਜੂਦ ਵੀ ਇਹ ਲਾਂਘਾ ਖੁੱਲਿਆ ਸੀ। ਔਰ ਇਹ ਲਾਂਘਾ ਖੁੱਲਣਾ ਹੀ ਖੁੱਲਣਾ, ਕਿਉਂਕਿ ਸਿੱਖਾਂ ਦੀ ਤਾਂਘ ਹੈ। ਸਿੱਖ ਇੱਥੋਂ ਊਰਜਾ ਲੈਂਦੇ ਆ। ਹਿੰਦੂ, ਮੁਸਲਮਾਨ, ਈਸਾਈ, ਹਰ ਧਰਮ ਇਸ ਗੁਰੂਦੁਆਰੇ ਤੋਂ ਸੇਧ ਲੈਂਦਾ ਹੈ। ਜਗਤ ਗੁਰੂ ਹੈ ਬਾਬਾ ਜੀ। ਮੇਰੀ ਇਹ ਬੇਨਤੀ ਹੈ ਕਿ ਦਰਸ਼ਨ ਦਿਦਾਰੇ ਵਾਸਤੇ ਐਟਲੀਸਟ ਜੋ ਉਹ ਵਚਨ ਸੀ ਉਹ ਪੂਰਾ ਹੋਵੇ। ਦੇਰੀ ਕਿਉਂ ਸਮਝਦੇ ਹੋ? ਕਿਉਂ ਹੋ ਰਹੀ ਹੈ ਦੇਰੀ? ਦੇਖੋ, ਇਹਦਾ ਜਵਾਬ ਉਹ ਦੇ ਸਕਦੇ ਆ, ਲੇਕਿਨ ਮੈਂ ਇੱਕ ਚਿੱਠੀ ਵੀ ਲਿਖੂੰਗਾ, ਰਿਮਾਈਂਡਰ ਵੀ ਦਊਂਗਾ। ਅੱਛਾ, ਇਹ ਵੀ ਹੈ ਵੀ ਉਹਦੇ 'ਚ ਕੋਈ ਪੈਸੇ ਜ਼ਿਆਦਾ ਖਰਚ ਨਹੀਂ ਹੋਣੇ। ਇੱਕ ਥੋੜ੍ਹੀ ਜਿਹੀ ਇੱਛਾ ਸ਼ਕਤੀ ਦੀ ਗੱਲ ਹੈ, ਪੋਲੀਟੀਕਲ ਵਿਲ ਦੀ ਗੱਲ ਹੈ। ਅਗਰ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਕੋਈ ਕੰਟਰੈਕਟ ਦੀ ਗੱਲ ਹੈ ਜਾਂ ਫਲਾਣੇ ਦੀ ਗੱਲ ਹੈ, ਤੇ ਉਹ ਪੰਜਾਬ ਸਰਕਾਰ ਨੂੰ ਕਹਿਣ। ਤੇ ਮੈਂ ਇਹ ਤੁਹਾਨੂੰ ਗਰੰਟੀ ਦਿੰਦਾ ਕਿ ਪੰਜਾਬ ਸਰਕਾਰ ਪਹਿਲ ਦੇ ਆਧਾਰ ਦੇ ਉੱਤੇ ਉਹ ਕੰਮ ਕਰਕੇ ਦੇਊਗੀ, ਕਿਉਂਕਿ ਘੱਟ ਤੋਂ ਘੱਟ ਨਹੀਂ 4-5 ਦੂਰਬੀਨਾਂ ਲੱਗੀਆਂ ਹੋਣੀਆਂ ਚਾਹੀਦੀਆਂ ਨੇ। ਜਦੋਂ ਇਹੋ ਜਿਹਾ ਸਮਾਂ ਆਉਂਦਾ, ਹੁਣ ਦੇਖੋ ਤੁਸੀਂ, ਪੂਰਾ ਖੁੱਲ੍ਹਾ ਦਰਸ਼ਨ ਦੀਦਾਰ ਹੁੰਦਾ ਹੈ। ਦੇਖੋ, ਅਸੀਂ ਤੇ ਇਹੀ ਚਾਹਾਂਗੇ ਕਿ ਇਹ ਲਾਂਘਾ ਖੁੱਲ੍ਹਾ ਰਹੇ, ਪਰ ਜੇ ਇਨ ਕੇਸ ਇਹ ਬੰਦ ਵੀ ਹੁੰਦਾ ਕਿਸੇ ਕਾਰਨ ਵਰਸ਼, ਤੇ ਫਿਰ ਉਹ ਜਿਹੜੀ ਲੈਂਡ ਪੋਰਟ ਅਥਾਰਟੀ ਵਾਲੀ ਜਿਹੜੀ ਥਾਂ ਹੈ 100 ਮੀਟਰ ਚੌੜੀ, 60 ਮੀਟਰ ਉੱਚੀ, ਉੱਥੇ ਆ ਕੇ ਹਰੇਕ ਬੰਦੇ ਨੂੰ ਇੰਨਾ ਅਖਤਿਆਰ ਹੋਵੇ ਕਿ ਉਹ ਬਾਬਾ ਜੀ ਦੇ ਦਰ ਦੇ ਖੁੱਲੇ ਦਰਸ਼ਨ ਦਿਦਾਰੇ ਕਰਕੇ ਜਾਵੇ। ਵੇਖੋ, ਇਸ ਧਰਮ ਸਥਲੀ ਦੇ ਉੱਤੇ ਤੁਸੀਂ ਦੇਖੋ, ਊਰਜਾ ਹੀ ਅਲੱਗ ਹੈ। ਮੈਂ ਕਦੇ ਸਿਆਸਤ ਨਹੀਂ, ਔਰ ਮੈਂ ਮਤਲਬ ਮੈਂ ਕਦੇ ਇਹਨਾਂ ਗੱਲਾਂ ਦੇ ਵਿੱਚ ਨਹੀਂ ਪਿਆ। ਮੈਂ ਤੇ ਇੰਨਾ ਕਹਿਣਾ ਵੀ 21 ਪੁਸ਼ਤਾਂ ਸਾਡੀਆਂ ਦਿਨਾਂ ਨਹੀਂ ਦੇ ਸਕਦੀਆਂ ਉਸ ਬਾਬਾ ਜੀ ਦੀ ਮਿਹਰ ਦੇ ਵੀ ਉਹਨੇ ਡਾਕੀਆ ਬਣਾਤਾ। ਸਰ, ਜੇ ਗੱਲ ਕੀਤੀ ਜਾਵੇ, ਇੱਕ ਗੱਲ
ਮੈਂ ਜੋ ਕੁਝ ਵੀ ਕਹਿ ਰਿਹਾ ਅੰਤਰਾਤਮਾ ਤੋਂ ਕਹਿ ਰਿਹਾ। ਅਰਦਾਸ ਕਰਕੇ ਔਰ ਇਹ ਅਰਦਾਸ ਇਸੇ ਕਰਕੇ ਕੀਤੀ ਹੈ। ਦੋ ਹੀ ਸਵੇਰੇ ਜਿਹੜੀ ਮੈਂ ਅਰਦਾਸ ਵੀ ਕੀਤੀ ਹੈ ਉਹ ਇੱਕੋ ਹੀ ਮਤਲਬ ਗੱਲ ਹੀ ਇਹ ਹੈ ਕਿ ਤੇਰੀ ਮਿਹਰ ਨਾਲ ਖੁੱਲਿਆ ਸੀ, ਮਿਹਰ ਕਰ ਬਾਬਾ, ਇਹ ਲਾਂਘਾ ਖੋਲ। ਕੇਂਦਰ ਨੇ ਬੰਦ ਕੀਤਾ। ਮੈਂ ਕਿਹਾ ਫਿਰ ਦੇਖੋ ਉਸ ਸੁਪਰੀਮ ਪ੍ਰੋਵਾਈਡਿੰਗ ਤਾਕਤ ਦੇ ਅੱਗੇ ਕਿਹੜਾ ਕੇਂਦਰ, ਸਾਡਾ ਤਾਂ ਸਾਰਾ ਕੇਂਦਰ ਬਿੰਦੂ ਹੀ ਉਹ ਹੈ। ਤੇ ਪਹਿਲਾਂ ਕਿਸੇ ਨੇ ਰੋਕ ਲਿਆ ਤੇ ਸਾਰਿਆਂ ਨੇ ਆ ਕੇ ਉਸੇ ਨੂੰ ਨਮਨ ਕਰਕੇ ਖੋਲਿਆ ਨਾ, ਅਰਦਾਸਾਂ ਕਬੂਲ ਹੋਈਆਂ ਨਾ। ਤੇ ਅੱਜ ਵੀ ਉਹਦੀ ਮਿਹਰ ਮੰਗਦਾ ਮੈਂ ਤੇ ਅੱਜ ਵੀ ਅਰਦਾਸ ਕੀਤੀ ਹੈ ਕਿ ਭਾਈ ਪੰਜਾਬ ਦੇ ਕਲਿਆਣ 'ਚ ਸਾਡਾ ਕਲਿਆਣ ਨਿਹਿਤ ਕਰ। ਪੰਜਾਬ ਦਾ ਕਲਿਆਣ ਤੇਰੇ ਦਰ ਦੇ ਉੱਤੇ ਸਾਫਾ ਲਾਏ ਬਿਨੇ ਨਹੀਂ ਹੁੰਦੇ। ਚਾਹੇ ਇੱਥੇ ਲਾਓ, ਚਾਹੇ ਦਰਬਾਰ ਸਾਹਿਬ ਲਾਓ, ਚਾਹੇ ਸਾਹਮਣੇ ਗੁਰਦੁਆਰੇ ਲਾਓ, ਇੱਥੋਂ ਦਾ ਅਸੀਂ ਤਾਕਤ ਪਾਉਂਦੇ ਆ, ਇੱਥੋਂ ਤੇ ਅਸੀਂ ਊਰਜਾ ਪਾਉਂਦੇ ਆ। ਤੋ ਇਸ ਕਰਕੇ ਦੂਜੀ ਅਰਦਾਸ ਇਹ ਕੀਤੀ ਸੀ ਕਿ ਭਾਈ ਬਾਬਾ ਜੀ ਕਿਰਤ ਸੱਭਿਆਚਾਰ ਤੁਸੀਂ ਦਿੱਤਾ ਪੰਜਾਬ ਨੂੰ, ਤੇ ਜਿਹੜੀ ਕਿਰਤ ਤੁਸੀਂ ਆਪ ਕਰਦੇ ਸੀ ਉਹ ਲੜ ਲਾ ਕੇ ਗਏ ਸੀ। ਇੱਥੇ 60% ਪੰਜਾਬੀ ਜਿਹੜੀ ਉਸ ਕਿੱਤੇ ਦੇ ਮਾਲਕ ਨੇ ਅੱਜ ਸੜਕਾਂ ਤੇ ਨੇ, ਉਹਨਾਂ ਨੂੰ ਘਰ ਪਰਤਾ, ਉਹਨਾਂ ਦੀ ਖਾਤਰ ਇੱਕ ਚੰਗਾ ਰੋਡ ਮੈਂ ਤਾਂ ਹਮੇਸ਼ਾ ਹੀ ਗੱਲ ਕਰਦਾ ਰਿਹਾ ਕਿ ਉਹਨਾਂ ਨੂੰ ਕਿਸ ਤਰ੍ਹਾਂ ਐਕਸਪਲੋਇਟ ਕੀਤਾ ਜਾ ਰਿਹਾ। ਉਹ ਅੰਨਦਾਤਾ ਨੇ, ਉਹੀ ਤੇਰੇ ਭਾਈ ਲਾਲੋ ਨੇ, ਉਹਨਾਂ ਦੀ ਰੋਟੀ ਚੋਂ ਹੀ ਦੁੱਧ ਅੱਜ ਨਿਕਲਦਾ ਹੈ। ਤੇ ਉਹ ਹੱਕ ਹਲਾਲ ਦੀ ਕਮਾਈ ਨੂੰ ਭਾਗ ਲਾ। ਕੋਈ ਬੈਰ ਨਹੀਂ ਹੈ ਮਲਿਕ ਭਾਗਵਾਨ ਨਾਲ ਵੀ, ਅਸੀਂ ਪਾਪੀ ਨਹੀਂ ਮਾਰਨੇ, ਪਾਪ ਮਾਰਨਾ ਸਮਝਿਆ। ਉਹਨਾਂ ਨੂੰ ਭਾਗ ਲਾ, ਉਹਨਾਂ ਦੀ ਇੱਜ਼ਤ ਦੀ ਰੋਟੀ, ਉਹਨਾਂ ਦਾ ਜਿਹੜਾ ਇਹ ਸੋਸ਼ਲ ਮੂਵਮੈਂਟ ਹੈ, ਇਹ ਸੋਸ਼ਲ ਮੂਵਮੈਂਟ ਨੂੰ ਇੱਕ ਆਰਥਿਕ ਮੂਵਮੈਂਟ ਦੇ ਵਿੱਚ ਤਬਦੀਲ ਕਰ। ਰਾਜਨੀਤਿਕ ਉਹ ਨਹੀਂ ਬਣਾਉਣਾ ਚਾਹੁੰਦੇ, ਠੀਕ ਕਹਿੰਦੇ, ਲੇਕਿਨ ਉਹ ਆਰਥਿਕ ਮੂਵਮੈਂਟ ਤੇ ਬਣ ਸਕਦੀ ਹੈ। ਇੱਜ਼ਤ ਦੀ ਰੋਟੀ ਉਹਨਾਂ ਨੂੰ ਤਾਂ ਮਿਲ ਸਕਦੀ ਹੈ ਨਾ। ਉਹਦੇ ਲਈ ਮੈਂ ਹਮੇਸ਼ਾ ਪੁਰਜ਼ੋਰ ਤਰੀਕੇ ਨਾਲ, ਔਰ ਉਹ ਆਪ ਆਪਣਾ ਨਿਰਣਾ ਤੈਅ ਕਰਨ, ਸਰਕਾਰ ਨੂੰ ਦੱਸਣ, ਤੇ ਫਿਰ ਜਿਹੜਾ ਨਾ ਤੁਰੇ ਉਹਨੂੰ ਲਾ ਦੇਣ। ਉਹਨਾਂ ਕੋਲ ਤਾਕਤ ਹੈ ਭਾਈ, ਭਾਵੇਂ ਕੋਲਡ ਸਟੋਰੇਜ ਹੋਣ, ਭਾਵੇਂ ਡਾਈਵਰਸੀਫਿਕੇਸ਼ਨ ਹੋਵੇ, ਝੋਨੇ ਤੋਂ ਪਾਸੇ ਜਾਣਾ ਹੋਵੇ, ਭਾਵੇਂ ਹੋਰ ਗੱਲਾਂ ਹੋਣ, ਲੇਕਿਨ ਉਹ ਇੱਥੇ ਦਾ ਮਸਲਾ ਨਹੀਂ ਹੈ। ਇੱਥੇ ਦਾ ਮਸਲਾ ਲੈਂਡ ਪੋਰਟ ਅਥਾਰਟੀ ਦਾ ਹੈ ਸਭ ਤੋਂ ਵੱਡਾ। ਅਰਦਾਸ ਅੱਡ ਚੀਜ਼ ਹੈ, ਕੁਝ ਮੰਗਾਂ ਨੇ ਉਹ ਅੱਡ ਚੀਜ਼ ਹੈ। ਉਹ ਤੇ ਜਾਇਜ਼ ਮੰਗ ਹੈ ਨਾ ਕਿ 2 ਸਾਲ ਪਹਿਲਾਂ ਜਦੋਂ ਇੱਥੇ ਅਸੀਂ ਆਉਂਦੇ, ਮੇਰੇ ਤਾਏ ਦੇ ਸਮੇਂ ਤੋਂ, ਸਾਡੇ ਪੁਰਖਿਆਂ ਦੇ ਸਮੇਂ ਤੋਂ ਲੋਕ ਇੱਥੇ ਆ ਕੇ ਦੂਰਬੀਨ ਨਾਲ ਦਰਸ਼ਨ ਦਿਦਾਰੇ ਕਰਕੇ ਆਪਣਾ ਨਮਨ ਕਰਕੇ ਇੱਥੋਂ ਜਾਂਦੇ ਹੁੰਦੇ ਸੀ। ਅੱਜ ਉਹ ਹੈ ਨਹੀਂ। ਅੱਜ ਵੀ 5000 ਲੋਕ ਇੱਥੇ ਆਉਂਦੇ ਆ, ਤੇ ਜੇ ਲਾਂਘਾ ਖੁੱਲਦਾ ਵੀ ਹੈ ਤੇ 75% ਕੋਲ ਪਾਸਪੋਰਟ ਨਹੀਂ ਹੈ। ਤੁਸੀਂ ਇਹੋ ਜਿਹੀਆਂ ਸਟ੍ਰਿੰਜੈਂਟ ਕੰਡੀਸ਼ਨਸ ਲਾ ਦਿੱਤੀਆਂ, ਸਮਝਦੇ ਹੋ। ਤੇ ਜਦੋਂ ਇਹ ਚੱਲਿਆ ਤੇ ਇੱਕ ਦਿੱਕਤ ਨਹੀਂ ਆਈ, 70,000 ਲੋਕਾਂ ਨੇ ਦਰਸ਼ਨ ਕੀਤੇ। ਸੋ ਉਹ ਜਲਦ ਤੋਂ ਜਲਦ ਬਣੇ। ਜੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਹੈ ਸਾਨੂੰ ਕਹਿ ਦੇਣ ਭਾਈ, ਤੇ ਪੰਜਾਬ ਸਰਕਾਰ ਵਡਭਾਗੀ ਸਮਝੂ ਆਪਣੇ ਆਪ ਨੂੰ ਵੀ ਇੱਥੇ। ਐਡੀਸ਼ਨਲ ਬੋਰਡ ਦੇ ਚੇਅਰਮੈਨ ਰਮਨ ਬੈਲ ਨੇ ਅਸਤੀਫਾ ਦੇ ਦਿੱਤਾ ਤੇ ਨਹੀਂ, ਇਹ ਗੱਲਾਂ ਆਮ ਆਦਮੀ ਪਾਰਟੀ ਇਹ ਗੱਲਾਂ ਇੱਥੇ ਨਹੀਂ। ਮੈਂ ਜੋ ਗੱਲ ਕਹਿਣੀ ਸੀਗੀ ਉਹ ਬਾਬਾ ਜੀ ਦੇ ਚਰਨਾਂ ਦੇ ਵਿੱਚ, ਨਹੀਂ, ਇਹ ਦੇਖੋ ਮੈਂ ਤੁਹਾਨੂੰ ਫਿਰ ਕਿਹਾ, ਇਹ ਬਾਬੇ ਦਾ ਦਰ ਹੈ, ਇਹਨੂੰ ਯਾਰ ਇਹ ਪਾਕੀਜ਼ਾ ਦਰ, ਪਵਿੱਤਰ ਦਰ ਹੈ। ਇੱਥੇ ਜਿਹੜੀ ਨਹੀਂ ਯਾਰ ਜਿਹੜੀ ਊਰਜਾ ਹੈ ਨਾ ਇੱਥੇ, ਉਸ ਊਰਜਾ ਨੂੰ ਮੈਲਾ ਨਾ ਕਰੇ। ਸ਼ਾਮ ਨੂੰ ਕਰਾਂਗੇ ਉਹਦੀ ਸ਼ਾਮ ਨੂੰ ਕਰਾਂਗੇ। ਸਾਰਾ ਦਿਨ ਪਿਆ, ਸਾਰਾ ਸਮਾਂ ਪਿਆ ਯਾਰ। ਮੈਂ ਜੇ ਉਦੋਂ ਨਹੀਂ ਕੀਤੀ ਸਾਲ, ਮੈਨੂੰ ਕਿੰਨਿਆਂ ਨੇ ਕੀ ਕਿਹਾ, ਕੁਛ ਕਿਹਾ ਨਾ। ਇਹ ਜ਼ਰੀਆ ਮਾਤਰਾ, ਨਿਮਿਤ ਮਾਤਰਾ, ਕੱਖ ਵੀ ਨਹੀਂ।